उत्तराखंड ਦੀ ਤਰਾਸਦੀ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ ਪਰ ਅਜੇ ਤੱਕ ਲੋਕਾਂ ਦੇ ਜ਼ਖਮ ਭਰੇ ਨਹੀਂ ਹਨ। ਪੇਸ਼ ਹੈ ਸਾਡੀ ਇੱਕ ਖਾਸ ਰਿਪੋਰਟ। ਦੇਵਭੂਮੀ उत्तराखंड ਦੇ ਵਿੱਚ 1 ਸਾਲ ਪਹਿਲਾਂ ਪਾਣੀ ਦਾ ਜ਼ਲਜ਼ਲਾ ਆਇਆ ਸੀ। देवभूमि ਨੂੰ ਪਾਣੀ ਨੇ ਅਜਿਹੀ ਚੋਟ ਪਹੁੰਚਾਈ ਜਿਸ ਦੇ ਨਿਸ਼ਾਨ ਅਜੇ ਵੀ ਬਾਕੀ ਨੇ। ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆਏ ਵੱਡੇ ਵੱਡੇ ਪੱਥਰਾਂ ਨੇ ਰਸਤੇ ਦੇ ਵਿੱਚ ਪੈਣ ਵਾਲੀ ਹਰ ਚੀਜ਼ ਨੂੰ ਰੌਂਦ ਕੇ ਰੱਖ ਦਿੱਤਾ ਸੀ। 1 ਸਾਲ ਪਹਿਲਾਂ ਪੂਰੀ ਤਰ੍ਹਾਂ ਨਾਲ ਕੇਦਾਰਨਾਥ ਅਤੇ ਉਸ ਦੇ ਨਾਲ ਲੱਗਦੇ ਇਲਾਕੇ ਤਬਾਹ ਹੋ ਗਏ ਸਨ। ਇਸ ਤਰਾਸਦੀ ਦੇ ਵਿੱਚ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਹਜ਼ਾਰਾਂ ਘਰ ਜ਼ਮੀਨ ਦੇ ਵਿੱਚ ਦਫਨ ਹੋ ਗਏ ਸਨ। ਪਹਾੜਾਂ ਤੋਂ ਡਿੱਗਣ ਵਾਲੇ ਪਾਣੀ ਤੋਂ ਕੇਦਾਰਨਾਥ ਮੰਦਿਰ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਸੀ। ਪਾਣੀ ਦੇ ਨਾਲ ਵਹਿ ਕੇ ਆਈ ਟਨਾ ਮਿੱਟੀ ਦੇ ਥੱਲੇ ਸਭ ਕੁਝ ਮੰਨੋ ਦਬ ਜਿਹਾ ਗਿਆ ਸੀ। ਜਿਸ ਰਸਤਿਓਂ ਲੋਕ ਆਇਆ ਜਾਇਆ ਕਰਦੇ ਸਨ ਉਹਨਾਂ ਰਸਤਿਆਂ ਦੀ ਥਾਂ ਵੱਡੇ ਵੱਡੇ ਗੱਡੇ ਬਣ ਗਏ ਸਨ। ਹੋਟਲ, ਸਕੂਲ, ਘਰ ਸਭ ਪਾਣੀ ਦੀ ਭੇਟ ਚੜ ਗਏ। ਉਦੋਂ ਤੋਂ ਲੈ ਕੇ ਹੁਣ ਤੱਕ 1 ਸਾਲ ਦੇ ਵਿਚਕਾਰ ਦੇਵਭੂਮੀ ਨੂੰ ਦੁਬਾਰਾ ਵਸਾਉਣ ਦੇ ਲਈ ਖਾਸੀ ਮੁਸ਼ੱਕਤ ਕਰਨੀ ਪਈ ਪਰ ਅਜੇ ਵੀ ਉੱਥੋਂ ਦੇ ਹਾਲਾਤ ਪੂਰੀ ਤਰ੍ਹਾਂ ਨਹੀਂ ਸੁਧਰੇ ਨੇ। ਤੀਰਥ ਯਾਤਰੀਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਨੇ ਇੱਥੋਂ ਦੇ ਹੋਟਲ, ਗੈਸਟ ਹਾਊਸ ਕਾਰੋਬਾਰ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਟੂਰਿਜ਼ਮ ਉੱਤੇ ਟਿਕੇ ਸੂਬੇ ਦੇ ਲਈ ਕਈ ਵੱਡੀ ਚੁਣੌਤੀਆਂ ਆ ਕੇ ਖੜੀਆਂ ਹੋ ਗਈਆਂ ਨੇ। ਹੁਣ ਸਭ ਤੋਂ ਵੱਡੀ ਚੁਣੌਤੀ ਹੈ ਯਾਤਰੀਆਂ ਦਾ ਭਰੋਸਾ ਦੁਬਾਰਾ ਤੋਂ ਬਹਾਲ ਕਰਨਾ। ਬੀਤੇ ਸਾਲ ਦੀ ਤਰਾਸਦੀ ਦਾ ਪ੍ਰੇਤ ਅਜੇ ਵੀ ਉੱਤਰਾਖੰਡ ਦੇ ਵਿੱਚ ਮੰਡਰਾ ਰਿਹਾ ਹੈ। ਤੀਰਥ ਯਾਤਰੀਆਂ ਨਾਲ ਭਰੇ ਰਹਿਣ ਵਾਲੇ ਰਸਤੇ ਅੱਜ ਖਾਲੀ ਪਏ ਨੇ। ਬੀਤੇ ਸਾਲ ਦੀ ਤਰਾਸਦੀ ਦਾ ਆਤੰਕ ਇੰਨੇ ਵੱਡੇ ਪੱਧਰ ਤੇ ਹੈ ਕਿ ਇਸ ਸਾਲ ਲੋਕਾਂ ਨੇ ਬਹੁਤ ਘੱਟ ਗਿਣਤੀ ਦੇ ਵਿੱਚ ਹੀ ਇੱਥੋਂ ਦਾ ਰੁਖ ਕੀਤਾ ਹੈ। ਜਿਸ ਕੇਦਾਰਨਾਥ ਦੀ ਯਾਤਰਾ ਦੇ ਲਈ 25 ਤੋਂ 30 ਹਜ਼ਾਰ ਯਾਤਰੀ ਹਰ ਰੋਜ਼ ਰਜਿਸਟ੍ਰੇਸ਼ਨ ਕਰਾਉਂਦੇ ਸਨ, ਇਸ ਵਾਰ ਯਾਤਰਾ ਤੋਂ ਪਹਿਲਾਂ ਮਹੀਨੇ ਦੇ ਵਿੱਚ ਸਿਰਫ 22 ਹਜ਼ਾਰ ਯਾਤਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। उत्तराखंड ਵਿੱਚ ਕਈ ਸ਼ਰਧਾਲੂ ਤਰਾਸਦੀ ਦੀ ਭੇਟ ਚੜ ਗਏ। ਹਰਿਆਣਾ ਦੇ ਪਿਵਾਨੀ ਵਿੱਚ 2 ਪਰਿਵਾਰ ਅੱਜ ਤੱਕ ਆਪਣਿਆਂ ਦਾ ਇੰਤਜ਼ਾਰ ਕਰ ਰਹੇ ਨੇ। ਕੁਦਰਤੀ ਕਰੋਪੀ ਦੇ 1 ਸਾਲ ਪੂਰਾ ਹੋਣ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। 12 तारीख 6 महीना 2013 को केदारनाथ गए थे। 16 को वहाँ हादसा हो गया, 15 की 16 की रात को उन तीनों का कोई पता नहीं लगा। उसके बाद हमें बहुत कोशिश करी अखबारों के थ्रू, सरकार के थ्रू वहाँ जाके भी, लेकिन उनका कोई पता नहीं लगा। उसके बाद 1 साल होने लगा। सरकार का मैं स्कूल के मार्फत भेजा केस AG हरियाणा सरकार को, उसका GP के रणदीप के GI इसके उनका वापस सारे केस है कि उन्होंने कहा भाई बच्चा नाबालिग है इसलिए लीगल कोर्ट का ले आओ। कोर्ट में कोर्ट वाले बोलेगा कि चल पैसे ले आओ, कितने मिलने हैं, 3% स्टाम्प लगेगी, 1 साल लगेगा। दोबारा हमने AG को भेजा भाई और कुछ नहीं तो बच्चे को पेंशन का हक है। 25 साल तक पेंशन मिलती है, हरियाणा सरकार का नियम है 25 साल तक मिलती है। पहले एस ग्रेसिया के अंदर को कर्मचारी मर जाया करता, उसको नौकरी मिला करती, लेकिन अब सरकार ने कर दिया कि वो बच्चा नाबालिग है उसको बालिग होने तक पेंशन मिलेगी। तो 1 साल से ऊपर हो गया बच्चों को पेंशन के लिए कोई पेंशन नहीं मिली। हम दोबारा प्रार्थना करते हैं चैनल के माध्यम से, नाबालिग बच्चा है और कोई सहारा नहीं है, उसको पेंशन दी जाए। ਅਜਿਹੇ ਕੁਝ ਹਾਲ ਹੈ ਦਿਨੇਸ਼ ਦੇ ਪਰਿਵਾਰ ਵਾਲਿਆਂ ਦਾ। ਦਿਨੇਸ਼ ਦੇ ਭਰਾ ਦੀ ਪਤਨੀ ਪ੍ਰਿਯੰਕਾ ਨੇ ਦੱਸਿਆ ਕਿ ਦਿਨੇਸ਼ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਕੇਦਾਰਨਾਥ ਗਿਆ ਸੀ। ਕੇਦਾਰਨਾਥ ਜਾਣ ਤੋਂ ਬਾਅਦ ਉੱਥੇ ਬਾਰਿਸ਼ ਹੋਣ ਦੇ ਕਰਕੇ ਉਹਨਾਂ ਦੇ ਨਾਲ ਸੰਪਰਕ ਟੁੱਟ ਗਿਆ। ਦਿਨੇਸ਼ ਵੀ ਸਰਕਾਰੀ ਸਕੂਲ ਵਿੱਚ ਮਾਸਟਰ ਸਨ ਅਤੇ ਅੱਜ ਤੱਕ ਉਹ ਵਾਪਸ ਨਹੀਂ ਪੜ੍ਹਦੇ। ਉਹਨਾਂ ਦੱਸਿਆ ਕਿ ਉਹ ਆਸ ਲਗਾਏ ਬੈਠੇ ਨੇ ਕਿ ਸ਼ਾਇਦ ਦਿਨੇਸ਼ ਕਦੀ ਵਾਪਸ ਆ ਜਾਣ। ਦਿਨੇਸ਼ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਵੀ आज तक कोई भी सरकारी सहायता नहीं मिल पाई है। 5 जने गए थे, वो कोई भी नहीं आया उनमें से। जो भगवान ने किए वो उससे भी ज़्यादा सरकार ने किए। कोई सहायता तो दे देते कि हमारी संतुष्टि के लिए। भिवानी के 2 परिवार केदारनाथ घूमन गए सन पर आज तक वो वापस नहीं पड़ते और सरकारी बेरुखी करके ये परिवार खासा दुखी है।
ਹੁਸ਼ਿਆਰਪੁਰ ਦੇ ਰਹਿਣ ਵਾਲੇ 5 ਦੋਸਤ 4 ਧਾਮਾਂ ਦੀ ਯਾਤਰਾ ਤੇ ਗਏ ਸਨ, ਪਰ ਉਹਨਾਂ ਦਾ ਅੱਜ ਤੱਕ ਕੋਈ ਪਤਾ ਨਹੀਂ। ਪਰ ਪਰਿਵਾਰ ਅੱਜ ਤੱਕ ਆਪਣਿਆਂ ਨੂੰ ਭੁਲਾ ਨਹੀਂ ਪਾਏ ਨੇ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ 9 ਜੂਨ 2013 ਨੂੰ 5 ਦੋਸਤ 4 ਧਾਮ ਦੀ ਯਾਤਰਾ ਦੇ ਲਈ ਨਿਕਲੇ ਸਨ, ਪਰ ਇਹ ਪਤਾ ਨਹੀਂ ਸੀ ਕਿ ਉਹਨਾਂ ਦੀ ਵਾਪਸੀ ਘਰ ਵਾਲਿਆਂ ਦੇ ਲਈ ਇੱਕ ਸੁਪਨਾ ਬਣ ਕੇ ਰਹਿ ਜਾਏਗੀ। ਉੱਤਰਾਖੰਡ ਦੇ ਵਿੱਚ ਹੋਈ ਕੁਦਰਤੀ ਤਰਾਸਦੀ ਦੇ ਦਿਨ 16 ਜੂਨ ਦੀ ਰਾਤ ਨੂੰ ਹੁਸ਼ਿਆਰਪੁਰ ਵਾਸੀ ਵਿਕਰਮ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਸਵੇਰ ਤੱਕ ਘਰ ਵਾਪਸ ਆ ਜਾਏਗਾ। ਕਹਿੰਦਾ ਮੰਮਾ ਕੋਈ ਨਾ, ਮੈਂ ਸਵੇਰੇ ਤੁਹਾਡੇ ਕੋਲ ਕਹਿੰਦਾ ਪਹੁੰਚਿਆ ਸਾਜਰੇ, ਕਹਿੰਦਾ ਆ ਜਾਣਾ। ਮੈਂ ਵੀ ਮਨਸੂਰੀ, ਕਹਿੰਦਾ ਕੁਛ ਨਹੀਂ ਪਾਣੀ ਆਇਆ। ਮੈਂ ਕਹਿੰਦਾ ਕਮਰਾ ਲੈ ਲਿਆ, ਕਮਰੇ 'ਚ ਐਸੇ ਸੇਬ ਪਿਆ। ਕੁਦਰਤ ਨੇ ਅਜਿਹੀ ਕਰਵਟ ਲਈ ਕਿ ਵਿਕਰਮ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਮੌਤ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਵਿਕਰਮ 4 ਭਰਾਵਾਂ ਦੇ ਵਿੱਚੋਂ ਤੀਜੇ ਨੰਬਰ ਤੇ ਸੀ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਕੇਦਾਰਨਾਥ ਜਾਣ ਦੇ ਲਈ ਘਰੋਂ ਗਿਆ ਸੀ। ਪਰ ਕੇਦਾਰਨਾਥ ਦੇ ਵਿੱਚ ਬੱਦਲ ਫਟਣ ਨਾਲ ਹੋਈ ਭਿਆਨਕ ਤਬਾਹੀ ਕਾਰਨ ਵਿਕਰਮ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜੇ ਮੇਰੇ ਵਿੱਕੀ ਦੀ ਜਾਨ ਨਿਕਲ ਜਾਂਦੀ ਤਾਂ ਮੈਨੂੰ ਪਤਾ ਲੱਗ ਜਾਣਾ ਤਾਂ ਮੇਰੇ ਵਿੱਕੀ ਦੀ ਜਾਨ ਨਿਕਲ ਗਈ। ਮੇਰਾ ਵਿੱਕੀ ਹੈ ਨਹੀਂ, ਜਾਂ ਮੈਨੂੰ ਨਾ ਤਾਂ ਐਕਸੀਡੈਂਟ ਪਤਾ ਲੱਗ ਸਕਦਾ, ਮੈਨੂੰ ਇਹ ਕਿਉਂ ਨਹੀਂ ਪਤਾ ਲੱਗਦਾ ਮੇਰਾ ਵਿੱਕੀ ਹੈ ਨਹੀਂ। ਅਜਿਹਾ ਹੀ ਕੁਝ ਹਾਲ ਹੁਸ਼ਿਆਰਪੁਰ ਦੇ ਹੀ ਵਾਸੀ ਅਮਨਦੀਪ ਉਰਫ ਰਾਜਾ ਦੇ ਪਰਿਵਾਰ ਦਾ ਵੀ ਹੈ, ਜੋ ਅੱਜ ਵੀ ਇਸ ਆਸ ਦੇ ਵਿੱਚ ਹੈ ਕਿ ਰਾਜਾ ਅੱਜ ਵੀ ਜ਼ਿੰਦਾ ਹੈ ਅਤੇ ਪਰਿਵਾਰਕ ਮੈਂਬਰ ਉਸ ਦਾ ਇੰਤਜ਼ਾਰ ਕਰ ਰਹੇ ਨੇ, ਜਦਕਿ ਬਾਕੀ ਰਾਜਾ ਦੇ ਤਿੰਨੋਂ ਦੋਸਤ ਸਹੀ ਸਲਾਮਤ ਘਰ ਵਾਪਸ ਪਰਤ ਆਏ। ਦਰਅਸਲ 16 ਜੂਨ 2013 ਸ਼ਾਮ ਨੂੰ ਪੰਜੋ ਦੋਸਤ ਯਾਤਰਾ ਤੋਂ ਬਾਅਦ ਕੇਦਾਰਨਾਥ ਰੁਕੇ ਸਨ, ਜਿਸ ਦੇ ਲਈ ਬਕਾਇਦਾ ਉਹਨਾਂ ਨੇ ਇੱਕ ਕਮਰਾ ਵੀ ਲੈ ਲਿਆ ਸੀ। ਪੰਜੋ ਦੋਸਤ ਗੱਡੀ ਦੇ ਵਿੱਚ ਸਨ, ਜਿਨ੍ਹਾਂ ਦੇ ਵਿੱਚੋਂ 3 ਦੋਸਤਾਂ ਨੂੰ ਕਮਰੇ ਦੇ ਵਿੱਚ ਜਾਣ ਲਈ ਕਹਿ ਦਿੱਤਾ ਗਿਆ ਅਤੇ ਖੁਦ ਵਿਕਰਮ ਅਤੇ ਅਮਨਦੀਪ ਗੱਡੀ ਪਾਰਕ ਕਰਨ ਦੇ ਲਈ ਚਲੇ ਗਏ। ਇੰਨੇ ਵਿੱਚ ਹੀ ਬੱਦਲ ਫਟਣ ਦੀ ਆਵਾਜ਼ ਆਈ ਅਤੇ ਵੇਖਦਿਆਂ ਉਹ ਪਾਣੀ ਦੇ ਵਿੱਚ ਰੁੜ ਗਏ। ਉਹਨਾਂ ਨੂੰ ਤੇ ਇਹ ਹੁੰਦਾ ਵੀ ਚਲੋ ਆਪੇ ਲੱਭ ਲੈਣਗੇ। ਮੈਨੂੰ ਤਾਂ ਅਜੇ ਵੀ ਹੈ ਆ ਵੀ ਮੇਰੇ ਬੱਚੇ ਨੇ ਆ ਹੀ ਜਾਣਾ ਘਰ ਕੱਲ ਨੂੰ। ਮੈਨੂੰ ਕਹਿੰਦਾ ਮੁੰਡਾ ਮੈਂ ਆਪ ਲਾਇਆ ਚੱਕ ਕੇ ਪਹਾੜੀ ਤੋਂ, ਪੁਲ ਰੁੜ ਗਿਆ ਸੀ। ਪਹਾੜੀ ਰਸਤੇ ਆਰਮੀ ਵਾਲੇ ਤਾਰਦੇ ਸੀ ਬੱਚੇ ਲੋਕਾਂ ਨੂੰ, ਤੇ ਉਹ ਕਹਿੰਦਾ ਮੈਂ ਆਹ ਮੁੰਡੇ ਨੂੰ ਆਪ ਚੱਕ ਕੇ ਲਾਇਆ ਵਾ ਪਹਾੜੀ ਤੋਂ, ਕਹਿੰਦਾ 22 ਤਰੀਕ ਨੂੰ। ਤੇ ਆਪਾਂ ਨੂੰ ਭਾਜੀ ਉਸ ਬੰਦੇ ਦੀ ਆਸ ਤੇ ਬਹੁਤ ਵੱਡੀ ਆਸ ਆ। ਜਦੋਂ ਉਹਨੇ ਇਹ ਗੱਲ ਕਹੀ ਸਾਨੂੰ ਤਾਂ ਉੱਤੇ ਬੜਾ ਭਰੋਸਾ ਹੋਇਆ ਵੀ ਹਾਂ ਠੀਕ ਆ। ਆਪਣੇ ਪਰਿਵਾਰ ਦੇ ਨਾਲ ਘਰ ਵਾਪਸ ਪਰਤੇ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਵੀ ਜਦੋਂ ਉਸ ਮੰਜ਼ਰ ਨੂੰ ਯਾਦ ਕਰਦਾ ਹੈ ਤਾਂ ਉਸ ਦੀ ਰੂਹ ਕੰਬ ਉੱਠਦੀ ਹੈ। ਸੁਖਵਿੰਦਰ ਰੱਬ ਦਾ ਇਹ ਸ਼ੁਕਰਾਨਾ ਕਰਦਾ ਹੈ ਕਿ ਉਹ ਪਰਿਵਾਰ ਸਮੇਤ ਘਰ ਵਾਪਸ ਆ ਗਿਆ। ਸੁਖਵਿੰਦਰ ਅਨੁਸਾਰ ਇੱਕ ਅਜਿਹਾ ਵੀ ਵਕਤ ਆਇਆ ਸੀ ਜਦੋਂ ਸਭ ਵਿਛੜ ਗਏ ਸਨ ਤੇ ਮਿਲਣ ਦੀ ਆਸ ਵੀ ਉਹਨਾਂ ਨੇ ਛੱਡ ਦਿੱਤੀ ਸੀ। ਸਾਲ ਬਾਅਦ ਜਦੋਂ ਅਸੀਂ ਸੋਚਦੇ ਹਾਂ ਜੀ ਬੜੀ ਮਨ ਨੂੰ ਬੜੇ ਹੁੰਦਾ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਗਏ ਹੋ ਸੀਗੇ ਕਿ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਬਹੁਤ ਵਿਛੜੇ, ਔਰ ਅਸੀਂ ਬੜੇ ਲੱਕੀ ਰਹੇ ਹਾਂ ਕਿ ਮੈਂ ਤੇ ਮੇਰੀ ਫੈਮਿਲੀ ਜਿਹੜੀ ਸੀ ਆ, ਔਰ ਇੱਕ ਸਾਡੇ ਨਾਲ ਇੱਕ ਸਾਡਾ ਟੀਚਰ ਸਾਥੀ ਹੋਰ ਸਾਡੇ ਨਾਲ ਗਿਆ ਸੀਗਾ ਵੀ ਉਹ ਅਸੀਂ ਚੰਗੀ ਤਰ੍ਹਾਂ ਭਲੇ ਪ੍ਰਮਾਤਮਾ ਦੀ ਕਿਰਪਾ ਨਾਲ ਬਚ ਕੇ ਆ ਗਏ ਹਾਂ। ਹੁਣ ਵੀ ਜਦੋਂ ਅੱਖਾਂ ਦੇ ਸਾਹਮਣੇ ਉਹ ਮੰਜ਼ਰ ਕਿਤੇ ਦਿਖਾਈ ਦਿੰਦਾ, ਅੱਜ ਹੁਣ 2 ਤਰੀਕ ਹੋ ਗਈ ਆ ਤੇ ਹੁਣ ਜਦੋਂ ਲੱਗਦਾ ਵੀ ਅਸੀਂ ਪਿਛਲੇ 10 ਬਲਕਿ 13 ਤਰੀਕ ਨੂੰ ਗਏ ਸੀ। ਮੈਂ ਖੁਦ ਆਪਣੀ ਮਿਸਿਸ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਉਹ 8 ਦਿਨ ਬਾਅਦ ਮਿਲਿਆ ਸੀ ਜੋਸ਼ੀ ਮੱਠ ਗੁਰਦੁਆਰੇ, ਕਿਉਂਕਿ ਇਹ ਸਾਡੇ ਨਾਲ ਵਿਛੜ ਗਏ ਸੀ। ਉਹ ਦੌੜ ਭੱਜ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ, ਇਹ ਇੱਕ ਪਾਸੇ ਖਿਲਰ ਗਏ ਬੱਚੇ ਮੇਰੇ, ਇਸ ਨਾਲ ਮਿਸਿਸ ਮੇਰੀ ਤੇ ਮੈਂ ਇੱਕ ਪਾਸੇ ਹੋ ਗਿਆ। ਅਜਿਹੇ ਸੈਂਕੜੇ ਹੀ ਪੀੜਤ ਪਰਿਵਾਰ ਨੇ ਜਿਨ੍ਹਾਂ ਨੂੰ ਅੱਜ ਵੀ ਆਪਣਿਆਂ ਦੀ ਉਡੀਕ ਹੈ। ਉਹ ਆਪਣੇ ਜੋ ਕਹਿ ਕੇ ਤਾਂ ਗਏ ਸਨ ਜਲਦ ਹੀ ਯਾਤਰਾ ਕਰਕੇ ਵਾਪਸ ਪਰਤਾਂਗੇ, ਪਰ ਉਹ ਯਾਤਰਾ ਹਾਲੇ ਤੱਕ ਖਤਮ ਨਾ ਹੋ ਸਕੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਸਾਡੀ ਇੱਕ ਖਾਸ ਪੇਸ਼ਕਸ਼ ਤਰਾਸਦੀ ਦਾ 1 ਸਾਲ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਪੀੜਤਾਂ ਲਈ ਬਹੁਤ ਕੁਝ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਜੇ ਤੱਕ ਕਈ ਲੋਕਾਂ ਦੇ ਡੈਥ ਸਰਟੀਫਿਕੇਟ ਵੀ ਜਾਰੀ ਨਹੀਂ ਕੀਤੇ ਗਏ ਨੇ। ਕਈ ਪਰਿਵਾਰ ਤਾਂ ਅਜਿਹੇ ਨੇ ਜਿਨ੍ਹਾਂ ਦੇ ਮੈਂਬਰਾਂ ਨੂੰ ਮੌਤ ਤੋਂ ਬਾਅਦ ਨੌਕਰੀ ਦਿੱਤੀ ਜਾਣੀ ਸੀ, ਪਰ ਉਸ ਦੇ ਲਈ ਡੈਥ ਸਰਟੀਫਿਕੇਟ ਦੇਣਾ ਪਵੇਗਾ, ਜੋ ਕਿ ਅਜੇ ਤੱਕ ਦਿੱਤਾ ਹੀ ਨਹੀਂ ਗਿਆ।
ਇਹ ਸ਼ਖਸ ਹੈ ਨੱਥੂਪੁਰਾ ਬੁਰਾੜੀ ਨਿਵਾਸੀ ਮਾਸਟਰ ਸ਼ਿਵਨਾਰਾਇਣ। ਮਾਸਟਰ ਸ਼ਿਵਨਾਰਾਇਣ ਦੀ 40 ਸਾਲ ਦੀ ਕੁੜੀ ਅਤੇ ਉਸਦੇ ਪਤੀ ਸਮੇਤ ਪਰਿਵਾਰ ਦੇ ਪੂਰੇ 22 ਲੋਕ ਕੇਦਾਰਨਾਥ ਯਾਤਰਾ ਤੇ ਗਏ ਸਨ। ਇਸ ਪਰਿਵਾਰ ਦੇ 10 ਲੋਕ ਇੱਕ ਬੱਸ ਵਿੱਚ ਦੂਜੇ ਲੋਕਾਂ ਦੇ ਨਾਲ ਗਏ ਸਨ। ਇਸ ਬੱਸ ਵਿੱਚ ਕੁੱਲ 30 ਯਾਤਰੀ ਗਏ ਸਨ, ਜੋ ਕਿ ਸਾਰੇ ਹੀ ਇਸ ਤਰਾਸਦੀ ਦਾ ਸ਼ਿਕਾਰ ਹੋ ਗਏ। ਇਸ ਪਰਿਵਾਰ ਵਿੱਚ 40 ਸਾਲ ਦੀ ਸੁਦਾ ਦੇ ਪਤੀ ਰਾਮੇਸ਼ਵਰ, ਸੁਦਾ ਦੇ ਜੇਠ ਖੁਸ਼ੀਰਾਮ, ਸੁਦਾ ਦੀ ਜਠਾਣੀ ਗਿਆਨਵਤੀ, ਸੁਦਾ ਦਾ ਭਤੀਜਾ ਦੇਵੇਂਦਰ, ਸੁਦਾ ਦੇ ਭਤੀਜੇ ਦੀ ਪਤਨੀ ਵਰਸ਼ਾ, ਸੁਦਾ ਦਾ ਦੂਜਾ ਭਤੀਜਾ ਨੀਰਜ, ਦੂਜੇ ਭਤੀਜੇ ਦੀ ਪਤਨੀ ਤਮੰਨਾ, ਸੁਦਾ ਦੇ ਇੱਕ ਹੋਰ ਜੇਠ ਰਜਿੰਦਰ ਦੀ ਪਤਨੀ ਸੁਸ਼ਮਾ। ਔਰ ਇਸ ਤਰ੍ਹਾਂ ਇਸ ਪਰਿਵਾਰ ਦੇ 10 ਲੋਕ ਦੂਜੇ ਕਰੀਬੀਆਂ ਦੇ ਨਾਲ ਕੇਦਾਰਨਾਥ 8 ਜੂਨ 2013 ਨੂੰ ਗਏ ਅਤੇ ਅਖੀਰਲੀ ਵਾਰ ਇਹਨਾਂ ਦੇ ਨਾਲ ਗੱਲ 14 ਜੂਨ ਨੂੰ ਬੱਦਲ ਫਟਣ ਤੋਂ ਪਹਿਲਾਂ ਹੋਈ। ਬੱਦਲ ਫਟਣ ਦੇ ਬਾਅਦ ਇਹਨਾਂ ਦੇ ਨਾਲ कोई संपर्क नहीं हो पाया। मेरे परिवार से 22 व्यक्ति गए थे। 22 व्यक्ति, इनमें से मेरी लड़की, मेरा देवता और मतलब दामाद, ये खास तौर से थे। और उनके साथ में पूरा परिवार? बाकी उसका पूरे परिवार, चाचा ताऊ, उनके देवरानी जेठानी, ये सब थे। जवानी बताते हैं कि ये हो रहा है, पर बाकी रिटर्न में कुछ नहीं है। परिवार सरकार तो मदद की उम्मीद लगाए बैठा रहा, पर 1 साल बीत गया। मदद ता दूर, सरकार हुण इन्हां नूं डेथ सर्टिफिकेट भी नहीं दे पाई, क्योंकि सुधा दे पति सरकारी कर्मचारी सन अते उन्हां दी थां उन्हां दे पुत्तर नूं नौकरी दा प्रदान सरकार वल्लों उदों ही दिता जा सकदा है जदकि उन्हां नूं डेथ सर्टिफिकेट मिले। पर 1 साल बीत जाण दे बावजूद मुआवजा ता दूर दी गल, घरदियां नूं डेथ सर्टिफिकेट भी नहीं मिलिया। मेरी दीदी थी, मेरे जीजी थे और मेरा एक भांजा था। उनके परिवार के कुल मिला के 22 मेंबर थे। वहाँ जी 16 तारीख में पहुँचे थे वो गौरीकुंड से। फिर उनके बाद हमारी बात हुई थी रात को, तो उसके बाद उनसे रात को बात करके कोई बात नहीं हुई आगे। उसके बाद आपको कैसे मालूम पड़ा वो जो प्रलय आएगी? क्या टीवी? प्रलय के बाद जी हमने ढूंढने की बहुत कोशिश की, वहाँ भी गए, हमने कोशिश भी की आगे जाने की, जितना आगे जा सके वहाँ तक जाएं, लेकिन आगे रास्ता बहुत ख़राब था, इस वजह से हम आगे जा नहीं पाए। हम यही चाहते हैं, हमारे जीजी की गवर्नमेंट जॉब थी, उसमें हम भांजे के लिए हम सोच रहे थे कि उसकी जॉब लग जाए, तो उसके लिए सरकार ने ना तो डेथ सर्टिफिकेट वगैरह कुछ नहीं करवाया उसके लिए। अगर वो अरेंज हो जाता तो हम उसके आगे के लिए करते बात। विडंबना वेखो कि इन्नी दर्दनाक मौत का शिकार हो गए घर वाले बेहाल ने ਅਤੇ ਸਰਕਾਰੀ ਤੰਤਰ ਉਹਨਾਂ ਨੂੰ ਡੈਥ ਸਰਟੀਫਿਕੇਟ ਵੀ ਨਹੀਂ ਦੇ ਪਾਇਆ। ਹੁਣ ਜਦ 1 ਸਾਲ ਬਾਅਦ ਵੀ ਡੈਥ ਸਰਟੀਫਿਕੇਟ ਨਹੀਂ ਮਿਲਿਆ ਤਾਂ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਤਰਾਸਦੀ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਪ੍ਰਸ਼ਾਸਨ ਨੇ ਕਿੰਨੀ ਕੁ ਕੋਸ਼ਿਸ਼ ਕੀਤੀ ਹੋਵੇਗੀ। ਅੱਜ ਵੀ ਇਹਨਾਂ ਦੀ ਅੱਖਾਂ ਵਿੱਚ ਹੰਝੂ ਅਤੇ ਸਰਕਾਰੀ ਤੰਤਰ ਲਈ ਗੁੱਸਾ ਹੈ। ਇਹ ਇਕੱਲਾ ਇੱਕੋ ਹੀ ਪਰਿਵਾਰ ਨਹੀਂ, ਬਲਕਿ ਅਜਿਹੇ ਸੈਂਕੜੋਂ ਲੋਕ ਨੇ ਜਿਹੜੇ ਕਿ ਡੈਥ ਸਰਟੀਫਿਕੇਟ ਦੇ ਇੰਤਜ਼ਾਰ ਵਿੱਚ ਨੇ, ਜੋ ਕਿ ਪੂਰੇ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲੀ ਗੱਲ ਹੈ। केदारनाथ में जो दुखद हादसा हुआ, इसमें हजारों लोगों की जानें गईं, आज उसको 1 साल पूरा हो गया। मैं उन सब मरने वाले परिवारों के प्रति संवेदना व्यक्त करता हूं, भारतीय जनता पार्टी की तरफ से, केंद्र सरकार की तरफ से, आदरणीय मोदी जी की तरफ से, कि उस दुखद घटना को उनके परिवार आज तक भी याद करके बिलखते हैं, जिनके आज तक शरीर नहीं मिले, आज तक भी वो लापता हैं, उनके प्रति मेरी संवेदना है। ਹੁਣ ਤੁਹਾਨੂੰ ਵਿਖਾਉਂਦੇ ਆ ਇਸ ਤਰਾਸਦੀ ਦੀਆਂ ਖੌਫਨਾਕ ਤਸਵੀਰਾਂ, ਜਿਨ੍ਹਾਂ ਨੇ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ हिला के रख दिता।
ਸ਼ੁਰੂਆਤੀ ਰਿਪੋਰਟਸ ਦੇ ਵਿੱਚ ਪਤਾ ਲੱਗਿਆ ਸੀ ਕਿ ਮੌਨਸੂਨ ਦੇ ਕਾਰਨ ਅਜਿਹਾ ਉੱਤਰਾਖੰਡ ਦੇ ਵਿੱਚ ਹੋਇਆ ਹੈ ਤੇ ਇਹ ਕੋਈ ਜ਼ਿਆਦਾ ਵੱਡੇ ਪੱਧਰ ਤੇ ਨਹੀਂ ਹੈ, ਪਰ ਅਚਾਨਕ ਖਬਰ ਆਈ ਕਿ ਉੱਤਰਾਖੰਡ ਦੇ ਵਿੱਚ ਕਲਾਊਡ ਬਰਸਟ ਯਾਨੀ ਬੱਦਲ ਫਟਣ ਦੇ ਕਾਰਨ ਇਹ ਵੱਡੀ ਕੁਦਰਤੀ ਕਰੋਪੀ ਹੈ, ਜਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਪਾਣੀ ਦੇ ਅੰਦਰ ਰੁੜ ਗਏ ਨੇ। ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ੁਰੂਆਤੀ ਰਿਪੋਰਟਸ ਕਿਸ ਤਰ੍ਹਾਂ ਦੀਆਂ ਆਈਆਂ ਸਨ। उत्तराखंड ਵਿੱਚ ਮੌਨਸੂਨ ਸਕਰੀय ਹੁੰਦੇ ਹੀ ਗੜਵਾਲ ਅਤੇ ਕਮਾਊ ਮੰਡਲਾਂ ਵਿੱਚ ਮੁਸੀਬਤਾਂ ਦੀ ਬਾਰਿਸ਼ ਸ਼ੁਰੂ ਹੋ ਗਈ। ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਅਤੇ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਕਰੀਬ 30,000 ਤੋਂ ਜ਼ਿਆਦਾ ਯਾਤਰੀ ਫਸ ਗਏ। ਮੌਸਮ ਦੇ ਮਿਜਾਜ਼ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਚਾਰਧਾਮ ਯਾਤਰਾ 'ਤੇ ਜਾਣ ਵਾਲੇ ਵਾਹਨਾਂ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ ਹੀ ਰੋਕ ਦਿੱਤਾ। ਕਮਾਊ ਵਿੱਚ ਗੋਰੀ, ਕਾਲੀ ਅਤੇ ਰਾਮਗੰਗਾ ਸਮੇਤ ਕਈ ਨਦੀਆਂ ਉਫਾਨ ਤੇ ਆ ਗਈਆਂ। ਚਟਾਨਾ ਖਿਸਕਣ, ਮਲਬਾ ਆਉਣ ਅਤੇ ਪੁਲ ਬਹਿ ਜਾਣ ਦੇ ਨਾਲ ਮਿਲਮ ਸਮੇਤ 1 ਦਰਜਨ ਤੋਂ ਵੀ ਵੱਧ ਰਸਤੇ ਬੰਦ ਹੋ ਗਏ। ਕੇਦਾਰਨਾਥ ਤੇ ਰਾਮਬਾੜਾ ਵਿੱਚ ਬੱਦਲ ਫਟਣ ਨਾਲ ਕਈ ਲੋਕ ਲਾਪਤਾ ਹੋ ਗਏ। ਉੱਥੇ ਹੀ ਮਸੂਰੀ ਦੇ ਕੋਲ ਧਨੌਲਟੀ ਵਿੱਚ ਵੀ ਬੱਦਲ ਫਟ ਗਿਆ ਅਤੇ ਇਸ ਦੇ ਜਾਲ ਵਿੱਚ 400 ਲੋਕ ਫਸ ਗਏ। ਉੱਤਰਕਾਸ਼ੀ ਵਿੱਚ ਕਈ ਘਰ ਬਾੜ ਵਿੱਚ ਵਹਿ ਗਏ। ਰਾਹਤ ਅਤੇ ਬਚਾਅ ਕਾਰਜਾਂ ਚਲਦਿਆਂ ਫੌਜ ਨੂੰ ਬੁਲਾਉਣਾ ਪਿਆ। परिवार के नाल हेमकुंट साहब यात्रा ते उत्तराखंड के क्रिकेटर हरभजन सिंह भी जोशी मठ विच फस गए, जिन्होंने बाद विच सुरक्षित थां ते लिजाया गया। उत्ते ही देहरादून के प्रेमनगर इलाके विच एक घर दे डिग्गण नाल 3 लोकां दी मौत हो गई। ਸਰਕਾਰ ਅਤੇ ਪ੍ਰਸ਼ਾਸਨਿਕ ਪੱਧਰ ਤੇ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਨੇ, ਪਰ ਸਭ ਤੋਂ ਦੂਰ ਆਪਣਿਆਂ ਨੂੰ ਗਵਾ ਚੁੱਕੇ ਪਰਿਵਾਰ ਅਜੇ ਵੀ ਉਹਨਾਂ ਨੂੰ ਯਾਦ ਕਰਕੇ ਬੁਰੀ ਤਰ੍ਹਾਂ ਰੋ ਰਹੇ ਨੇ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਵੇਖਦੇ ਰਹੋ PTC ਨਿਊਜ਼।